Hello everyone, Jatinder here. Welcome to my channel Nanak Gyan. Today we are cover topic process of transactions. The transaction is executed as a series of reads and write of database objects. ਕਹਿੰਦੇ transactions ਨੂੰ execute ਕੀਤਾ ਜਾਂਦਾ ਹੈਗਾ sequence of steps ਹੁੰਦੇ ਨੇ ਜਿੱਦਾਂ ਕਿ ਕੁਝ ਰੀਡ ਕਰਨਾ ਹੈ ਕੁਝ ਰਾਈਟ ਕਰਨਾ ਹੈ ਕਿੱਥੋਂ ਡਾਟਾਬੇਸ ਦੇ ਵਿੱਚੋਂ which are explained below. ਅਸੀਂ ਨੀਚੇ explain ਕੀਤਾ ਹੈ ਰੀਡ ਆਪਰੇਸ਼ਨ ਤੇ ਰਾਈਟ ਆਪਰੇਸ਼ਨ ਇਹ ਪ੍ਰੋਸੈਸ ਹੈ ਟ੍ਰਾਂਜੈਕਸ਼ਨ ਦਾ। ਰੀਡ ਆਪਰੇਸ਼ਨ ਦਾ ਕੀ ਕੰਮ ਹੈ ਕਹਿੰਦੇ ਟੂ ਰੀਡ ਆ ਡਾਟਾਬੇਸ ਨੂੰ ਰੀਡ ਕਰਨਾ ਹੈ ਡਾਟਾਬੇਸ ਦੇ ਵਿੱਚ ਓਬਜੈਕਟ ਨੂੰ ਕਹਿੰਦੇ ਇਟ ਇਜ਼ ਫਸਟ ਬਰਾਊਟ ਇਨਟੂ ਮੇਨ ਮੈਮਰੀ ਫਰੋਮ ਡਿਸਕ। ਸਭ ਤੋਂ ਪਹਿਲਾਂ ਇਹਨੂੰ ਕਿੱਥੋਂ ਲਵਾਂਗੇ ਅਸੀਂ ਮੇਨ ਮੈਮਰੀ ਤੋਂ ਫਰੋਮ ਡਿਸਕ ਕਹਿੰਦੇ ਐਂਡ ਦੈਨ ਇਟਸ ਵੈਲਿਊ ਇਜ਼ ਕੋਪੀਡ ਇਨਟੂ ਅ ਪ੍ਰੋਗਰਾਮ ਵੇਰੀਏਬਲ ਐਜ਼ ਸ਼ੋਨ ਇਨ ਡਾਇਗਰਾਮ। ਅਸੀਂ ਡਾਇਗਰਾਮ ਦੇ ਵਿੱਚ ਸ਼ੋ ਕੀਤਾ ਹੈ ਕਿ ਕਿਸ ਤਰ੍ਹਾਂ ਅਸੀਂ ਆਪਰੇਸ਼ਨ ਨੂੰ ਪਰਫੋਰਮ ਕਰ ਰਹੇ ਹਾਂਗੇ। ਜਿੱਦਾਂ ਕਿ ਮੇਨ ਮੈਮਰੀ ਬਣੀ ਹੋਈ ਹੈ ਆ ਤੁਹਾਡੀ ਡਿਸਕ ਹੈ ਡਿਸਕ ਦੇ ਵਿੱਚੋਂ 5000 ਰੁਪਇਆ ਨੂੰ ਅਸੀਂ ਲੈ ਕੇ ਆਏ ਆਂਗੇ ਚੱਕਿਆ ਤਾਂ ਉਹ ਇਨਪੁਟ ਹੋ ਗਏ। ਇਨਪੁਟ ਹੋਣ ਤੋਂ ਬਾਅਦ ਉਸ ਨੂੰ ਰੀਡ ਕੀਤਾ ਅਤੇ ਉਹ 5000 ਦੀ ਐਂਟਰੀ ਉੱਥੇ ਮੇਨ ਮੈਮਰੀ ਦੇ ਵਿੱਚ ਸਟੋਰ ਕਰਤੀ। ਅੱਗੇ ਆ ਗਿਆ ਜੀ ਰਾਈਟ ਆਪਰੇਸ਼ਨ ਟੂ ਰਾਈਟ ਅ ਡਾਟਾਬੇਸ ਆਬਜੈਕਟ ਐਜ਼ ਐਨ ਮੈਮਰੀ ਕਾਪੀ ਆਫ ਦਾ ਆਬਜੈਕਟ ਇਜ਼ ਫਸਟ ਮੋਡੀਫਾਈ ਐਂਡ ਦੈਨ ਰਿਟਰਨ ਟੂ ਡਿਸਕ। ਸਭ ਤੋਂ ਪਹਿਲਾਂ ਕੀ ਕਰਾਂਗੇ ਅਸੀਂ ਉੱਥੋਂ ਇਨਪੁਟ ਲਵਾਂਗੇ 5000 ਦੀ ਜਗ੍ਹਾ 'ਤੇ ਅਸੀਂ 7000 ਕਰਨਾ ਹੈਗਾ ਤਾਂ ਉਸ ਨੂੰ ਮੋਡੀਫਾਈ ਕਰਤਾ ਚੇਂਜ ਕਰਤਾ ਤਾਂ ਉਸ 5000 ਨੂੰ 7000 ਕਰਕੇ ਅਸੀਂ ਇੱਧਰ ਲਿਆਂਦਾ ਇੱਥੋਂ ਅਸੀਂ ਉਹਦੀ ਇਨਪੁਟ ਕੀ ਪਾਈ ਹੈ 7000 ਰੁਪਇਆ ਤਾਂ ਇਹ ਕੀ ਸੀ ਸਾਡਾ ਰਾਈਟ ਆਪਰੇਸ਼ਨ ਚੇਂਜ ਕੀਤਾ। ਰੀਡ ਦੇ ਵਿੱਚ ਜਸਟ 5000 ਹੀ ਲਿਆ ਸੀ 5000 ਹੀ ਅਸੀਂ ਉੱਥੇ ਲੈ ਕੇ ਆਏ ਹਾਂ ਅਤੇ 5000 ਹੀ ਅਸੀਂ ਐਜ਼ ਇਟ ਰਹਿੰਦਾ ਤਾਂ ਉਹ ਕੀ ਸੀ ਸਾਡਾ ਰੀਡ ਆਪਰੇਸ਼ਨ ਜਸਟ ਅਸੀਂ ਪੜ੍ਹਿਆ ਉਹਨੂੰ ਚੇਂਜ ਨਹੀਂ ਕੀਤਾ। ਬਟ ਰਾਈਟ ਆਪਰੇਸ਼ਨ ਦੇ ਵਿੱਚ ਕੀ ਹੈ ਅਸੀਂ ਉਹਨੂੰ ਪੜ੍ਹਦੇ ਵੀ ਹਾਂ ਚੇਂਜ ਵੀ ਕਰਦੇ ਹਾਂ ਤਾਂ 5 ਤੋਂ ਉਹਨੂੰ 7000 ਕੀਤਾ ਕਾਪੀ ਕੀਤਾ ਆਬਜੈਕਟ ਨੂੰ ਉਹਨੂੰ ਇੱਧਰ ਲਿਆ ਕੇ ਅਸੀਂ ਕੀ ਕੀਤਾ ਰਾਈਟ ਕਰਤਾ 7000। ਨੈਕਸਟ ਸਾਡਾ ਟੋਪਿਕ ਹੈਗਾ ਸਟੇਟਸ ਆਫ ਟ੍ਰਾਂਜੈਕਸ਼ਨ ਕਿ ਟ੍ਰਾਂਜੈਕਸ਼ਨ ਦੀਆਂ ਕਿਹੜੀਆਂ ਸਟੇਟਸ ਨੇਗੀਆਂ। ਕਹਿੰਦੇ ਡਾਟਾਬੇਸ ਕੈਨ ਬੀ ਇਨ ਵਨ ਆਫ ਦਾ ਫੋਲੋਇੰਗ ਸਟੇਟਸ। ਸਾਡੀ ਜਿਹੜੀ ਟ੍ਰਾਂਜੈਕਸ਼ਨ ਹੈ ਜਾਂ ਤਾਂ ਐਕਟਿਵ ਸਟੇਟ ਦੇ ਵਿੱਚ ਹੋਏਗੀ ਜਾਂ ਫਿਰ ਕਿਹੜੀ ਸਟੇਟ ਦੇ ਵਿੱਚ ਹੋਏਗੀ ਪਾਰਸ਼ੀਅਲੀ ਕਮਿਟਡ ਜਾਂ ਇਕੱਲੀ ਕਮਿਟਡ ਹੋਏਗੀ ਜਾਂ ਅਬੋਰਟਡ ਸਟੇਟ ਦੇ ਵਿੱਚ ਹੋਏਗੀ ਜਾਂ ਫੇਲ ਸਟੇਟ ਦੇ ਵਿੱਚ ਹੋਏਗੀ ਕਿਸੇ ਵੀ ਸਟੇਟ 'ਚ ਹੋ ਸਕਦੀ ਹੈ। ਇਗਜ਼ਾਮਪਲ ਜਿਵੇਂ ਅਸੀਂ ਕੋਈ ਵੀ ਕੰਮ ਕਰਦੇ ਹਾਂ ਜਾਂ ਤਾਂ ਉਹ ਕੰਮ ਕੀ ਹੋਊਗਾ ਸਕਸੈਸਫੁਲੀ ਹੋ ਜਾਏਗਾ ਜਾਂ ਸਾਡਾ ਕੰਮ ਉਹ ਕੀ ਹੋਏਗਾ ਫੇਲ ਹੋ ਸਕਦਾ ਜਾਂ ਫਿਰ ਕੁਛ ਟਾਈਮ ਦੇ ਲਈ ਰੁਕ ਸਕਦਾ ਤਾਂ ਇੱਦਾਂ ਹੀ ਟ੍ਰਾਂਜੈਕਸ਼ਨ ਹੁੰਦੀ ਹੈ। ਟ੍ਰਾਂਜੈਕਸ਼ਨ ਕੀ ਹੈ ਐਕਟਿਵ ਸਟੇਟ ਦੇ ਵਿੱਚ ਕਦੋਂ ਹੈ ਕਹਿੰਦੇ ਇਨ ਦਿਸ ਸਟੇਟ ਦਾ ਟ੍ਰਾਂਜੈਕਸ਼ਨ ਇਜ਼ ਬੀਇੰਗ ਐਕਸੀਕਿਊਟਡ। ਐਕਟਿਵ ਸਟੇਟ ਦੇ ਵਿੱਚ ਟ੍ਰਾਂਜੈਕਸ਼ਨ ਕੀ ਹੈ ਐਗਜ਼ੀਕਿਊਟ ਹੋਣ ਵਾਸਤੇ ਹੈ। ਦਿਸ ਇਜ਼ ਦਾ ਇਨੀਸ਼ੀਅਲ ਸਟੇਟ ਆਫ ਐਵਰੀ ਟ੍ਰਾਂਜੈਕਸ਼ਨ ਦਾ ਹਰੇਕ ਟ੍ਰਾਂਜੈਕਸ਼ਨ ਦੀ ਜਿਹੜੀ ਸਟਾਰਟਿੰਗ ਸਟੇਟ ਹੁੰਦੀ ਹੈ ਉਹਨੂੰ ਅਸੀਂ ਕੀ ਬੋਲਦੇ ਹਾਂ ਐਕਟਿਵ। ਜਿਵੇਂ ਨਿਊ ਬੋਰਨ ਬੱਚਾ ਹੁੰਦਾ ਹੈਗਾ ਤਾਂ ਉਹ ਕਿਹੜੀ ਸਟੇਟ ਦੇ ਵਿੱਚ ਹੈ ਐਕਟਿਵ ਸਟੇਟ ਦੇ ਵਿੱਚ ਹੈ। ਨੈਕਸਟ ਆ ਗਿਆ ਸਾਡਾ ਪਾਰਸ਼ੀਅਲੀ ਕਮਿਟਡ ਕਹਿੰਦੇ ਵੈਨ ਆ ਟ੍ਰਾਂਜੈਕਸ਼ਨ ਐਗਜ਼ੀਕਿਊਟ ਇਟਸ ਫਾਈਨਲ ਆਪਰੇਸ਼ਨ। ਜਦੋਂ ਟ੍ਰਾਂਜੈਕਸ਼ਨ ਨੇ ਆਪਣਾ ਫਾਈਨਲ ਆਪਰੇਸ਼ਨ ਪਰਫੋਰਮ ਕੀਤਾ ਇਟ ਇਜ਼ ਸੈਡ ਟੂ ਬੀ ਇਨ ਪਾਰਸ਼ੀਅਲੀ ਕਮਿਟਡ ਸਟੇਟ ਤਾਂ ਉਹ ਕਿਹੜੀ ਸਟੇਟ ਦੇ ਵਿੱਚ ਹੈ ਪਾਰਸ਼ੀਅਲੀ ਕਮਿਟਡ ਦੇ ਵਿੱਚ। ਫੇਲ ਦਾ ਮਤਲਬ ਕੀ ਹੈ ਕਿ ਟ੍ਰਾਂਜੈਕਸ਼ਨ ਇਜ਼ ਸੈਡ ਟੂ ਬੀ ਇਨ ਫੇਲਡ ਸਟੇਟ ਇਫ ਐਨੀ ਆਫ ਦਾ ਚੈੱਕਸ ਮੇਡ ਬਾਈ ਦਾ ਡਾਟਾਬੇਸ ਰਿਕਵਰੀ ਸਿਸਟਮ ਫੇਲ। ਸਾਡਾ ਜਿਹੜਾ ਰਿਕਵਰੀ ਸਿਸਟਮ ਹੈ ਉਹੀ ਫੇਲ ਹੋ ਚੁੱਕਿਆ ਤਾਂ ਸਾਡੀ ਟ੍ਰਾਂਜੈਕਸ਼ਨ ਕਿੱਥੋਂ ਹੋਏਗੀ ਤਾਂ ਉਸ ਨੂੰ ਅਸੀਂ ਨਾ ਹੀ ਕਹਿੰਦੇ ਟ੍ਰਾਂਜੈਕਸ਼ਨ ਕੈਨ ਨੋ ਲੋਂਗਰ ਪ੍ਰੋਸੀਡ ਫਰਦਰ ਨਾ ਹੀ ਉਹਨੂੰ ਅਸੀਂ ਫਰਦਰ ਕੰਮ ਵਾਸਤੇ ਯੂਜ਼ ਕਰ ਸਕਦੇ ਹਾਂ ਤਾਂ ਉਹ ਕਿਹੜੀ ਸਟੇਟ ਹੁੰਦੀ ਹੈ ਫੇਲਡ ਸਟੇਟ। ਨੈਕਸਟ ਆ ਗਈ ਅਬੋਰਟਡ ਕਹਿੰਦੇ ਇਫ ਐਨੀ ਆਫ ਦਾ ਚੈੱਕਸ ਫੇਲਸ ਕੋਈ ਵੀ ਚੈੱਕ ਸਾਡਾ ਫੇਲ ਹੈ ਐਂਡ ਦਾ ਟ੍ਰਾਂਜੈਕਸ਼ਨ ਹੈਜ਼ ਰੀਚਡ ਅ ਫੇਲਡ ਸਟੇਟ ਜਾਂ ਫਿਰ ਸਾਡੀ ਟ੍ਰਾਂਜੈਕਸ਼ਨ ਫੇਲ ਸਟੇਟ ਦੇ ਵਿੱਚ ਹੈ ਦੈਨ ਕਹਿੰਦੇ ਰਿਕਵਰੀ ਮੈਨੇਜਰ ਰੋਲ ਬੈਕ ਆਲ ਇਟਸ ਰਾਈਟ ਆਪਰੇਸ਼ਨ ਔਨ ਦਾ ਡਾਟਾਬੇਸ ਟੂ ਬ੍ਰਿੰਗ ਦਾ ਡਾਟਾਬੇਸ ਬੈਕ ਟੂ ਇਟਸ ਓਰੀਜਨਲ ਸਟੇਟ ਤਾਂ ਉਸੇ ਟ੍ਰਾਂਜੈਕਸ਼ਨ ਨੂੰ ਦੁਬਾਰਾ ਓਰੀਜਨਲ ਸਟੇਟ 'ਚ ਲੈ ਕੇ ਆਉਣਾ। ਕਹਿੰਦੇ ਇਟ ਵਾਜ਼ ਪ੍ਰੀਓਰ ਟੂ ਦਾ ਐਗਜ਼ੀਕਿਊਸ਼ਨ ਆਫ ਦਾ ਟ੍ਰਾਂਜੈਕਸ਼ਨ ਇਨ ਦਿਸ ਸਟੇਟ ਆਰ ਕੋਲਡ ਅਬੋਰਟਡ। ਇਹਨਾਂ ਨੂੰ ਕੀ ਕਹਿਣਾ ਅਸੀਂ ਅਬੋਰਟਡ ਸਟੇਟ ਦੇ ਵਿੱਚ। ਇਹ ਦੋ ਤਰੀਕਿਆਂ ਦੇ ਨਾਲ ਹੋ ਸਕਦੀ ਹੈ ਰੀਸਟਾਰਟ ਕਰ ਸਕਦੇ ਹਾਂ ਟ੍ਰਾਂਜੈਕਸ਼ਨ ਨੂੰ ਜਾਂ ਫਿਰ ਅਸੀਂ ਕੀ ਕਰ ਸਕਦੇ ਹਾਂ ਕਿਲ ਕਰ ਸਕਦੇ ਹਾਂ ਮਾਰ ਸਕਦੇ ਹਾਂ ਟ੍ਰਾਂਜੈਕਸ਼ਨਸ। ਨੈਕਸਟ ਆ ਗਿਆ ਜੀ ਇਕੱਲਾ ਕਮਿਟਡ ਸਟੇਟ ਕਹਿੰਦੇ ਇਫ ਆ ਟ੍ਰਾਂਜੈਕਸ਼ਨ ਐਗਜ਼ੀਕਿਊਟ ਆਲ ਇਟਸ ਆਪਰੇਸ਼ਨ ਸਕਸੈਸਫੁਲੀ ਜੇ ਤਾਂ ਉਹ ਸਾਡੇ ਸਾਰੇ ਆਪਰੇਸ਼ਨ ਸਕਸੈਸਫੁਲੀ ਪਰਫੋਰਮ ਕਰ ਰਹੀ ਹੈ ਤਾਂ ਇਟ ਇਜ਼ ਸੈਡ ਟੂ ਬੀ ਕਮਿਟਡ ਤਾਂ ਉਸਨੂੰ ਅਸੀਂ ਕੀ ਬੋਲਾਂਗੇ ਕਮਿਟਡ ਸਟੇਟ। all its effects are now permanently established on the database system database ਦੇ ਉੱਤੇ permanently ਉਹਨਾਂ ਨੂੰ establish ਕੀਤਾ ਗਿਆ ਹੈਗਾ। next ਕਹਿੰਦੇ we say that a transaction has committed only if it has entered the committed state ਕਹਿੰਦੇ ਉਦੋਂ ਅਸੀਂ transaction ਨੂੰ ਕਵਾਂਗੇ ਕਿ committed ਹੈ ਜਦੋਂ ਉਹ committed state ਦੇ ਵਿੱਚ enter ਹੋ ਚੁੱਕੀ ਹੈ। similarly ਕਹਿੰਦੇ transaction ਨੂੰ aborted ਉਦੋਂ ਕਵਾਂਗੇ ਜਦੋਂ ਉਹ aborted state ਦੇ ਵਿੱਚ ਹੈ। ਕਹਿੰਦੇ ਇਹ transaction ਨੂੰ terminate ਅਸੀਂ ਕਦੋਂ ਕਰ ਸਕਦੇ ਹਾਂ ਜਦੋਂ ਉਹ ਜਾਂ ਤਾਂ commit ਹੋ ਚੁੱਕੀ ਹੈ ਵੀ ਆਪਣਾ ਕੰਮ ਪੂਰਾ ਹੋ ਚੁੱਕਿਆ ਜਾਂ ਫਿਰ
ਫਿਰ ਉਹ ਖਤਮ ਹੋ ਚੁੱਕੀ ਹੈ, ਅਬੋਰਟ ਹੋ ਚੁੱਕੀ ਹੈ। ਇੱਕ ਟ੍ਰਾਂਜੈਕਸ਼ਨ ਨੂੰ ਅਸੀਂ ਕਹਿੰਦੇ ਸਟਾਰਟ ਮਤਲਬ ਕਦੋਂ ਕਰਾਂਗੇ, ਸਟਾਰਟ ਸਟੇਟ ਦੇ ਵਿੱਚ ਜਦੋਂ ਹੁੰਦੀ ਆ ਉਸਨੂੰ ਅਸੀਂ ਕੀ ਬੋਲਦੇ ਹਾਂ, ਐਕਟਿਵ ਸਟੇਟ। ਅਤੇ ਜਦੋਂ ਫਿਨਿਸ਼ ਸਟੇਟ 'ਤੇ ਹੁੰਦੀ ਹੈ, ਫਾਈਨਲ ਸਟੇਟ 'ਤੇ ਹੁੰਦੀ ਆ, ਉਸਨੂੰ ਬੋਲਦੇ ਹਾਂ ਅਸੀਂ ਪਾਰਸ਼ੀਅਲੀ ਕਮਿਟਡ। ਐਟ ਦਿਸ ਪੁਆਇੰਟ ਜਦੋਂ ਕਹਿੰਦੇ ਟ੍ਰਾਂਜੈਕਸ਼ਨ ਕੰਪਲੀਟ ਕਰ ਚੁੱਕੀ ਹੈ ਆਪਣਾ ਐਗਜ਼ੀਕਿਊਸ਼ਨ, ਬਟ ਸਟਿਲ ਪੋਸੀਬਲ ਦੈਟ ਇਟ ਮੇ ਹੈਵ ਟੂ ਬੀ ਅਬੋਰਟਡ, ਕੁਛ ਕਾਰਨਾਂ ਕਰਕੇ ਉਹ ਅਬੋਰਟ ਹੋ ਗਈ ਹੈ। ਸਿੰਸ ਕਹਿੰਦੇ ਦਾ ਐਕਚੁਅਲ ਆਊਟਪੁੱਟ ਮੇ ਸਟਿਲ ਵੀ ਟੈਂਪਰੇਰੀ ਹਾਈਡ ਇਨ ਮੇਨ ਮੈਮਰੀ 'ਚ ਪਈ ਹੈ, ਤਾਂ ਪਰ ਸਾਨੂੰ ਪੂਰੀ ਦਿਖੀ ਨਹੀਂ, ਤਾਂ ਉਸ ਟਾਈਮ 'ਤੇ ਜਿਹੜਾ ਕੋਈ ਹਾਰਡਵੇਅਰ ਵਗੈਰਾ ਫੇਲੀਅਰ ਹੋ ਗਿਆ ਤਾਂ ਉਸਨੂੰ ਅਸੀਂ ਕਿਹੜੇ ਕਹਿੰਦੇ ਆਗੇ, ਅਬੋਰਟਡ ਸਟੇਟ। Database system that writes out enough information to disk that even in the event of a failure, the updates performed by the transactions can be recreated when the system restart after the failure। ਦੁਬਾਰਾ ਜਦੋਂ ਉਹਨੂੰ ਫੇਲੀਅਰ ਤੋਂ ਬਾਅਦ ਸਟਾਰਟ ਕਰਦੇ ਹਾਂ। when the ਕਹਿੰਦੇ ਲਾਸਟ ਆਫ ਦਾ ਇਨਫੋਰਮੇਸ਼ਨ ਇਜ਼ ਰਿਟਨ ਆਊਟ ਦ ਟ੍ਰਾਂਜੈਕਸ਼ਨ ਐਂਟਰ ਦਾ ਕਮਿਟਡ ਸਟੇਟ, ਤਾਂ ਸਾਡੀ ਟ੍ਰਾਂਜੈਕਸ਼ਨ ਕਿਹੜੀ ਸਟੇਟ 'ਚ ਚਲੀ ਜਾਏਗੀ, ਕਮਿਟਡ ਸਟੇਟ ਦੇ ਵਿੱਚ। ਤਾਂ ਅੱਜ ਆਪਾਂ ਨੇ ਟੌਪਿਕ ਕੀਤਾ ਹੈ ਕਿ ਟ੍ਰਾਂਜੈਕਸ਼ਨ ਦੀਆਂ ਕਿਹੜੀਆਂ ਸਟੇਟਸ ਨੇਗੀਆਂ, ਐਕਟਿਵ ਸਟੇਟ, ਪਾਰਸ਼ੀਅਲੀ ਕਮਿਟਡ, ਕੱਲੀ ਕਮਿਟਡ ਹੈ, ਫੇਲਡ ਹੈਗੀ, ਜਾਂ ਫਿਰ ਕੀ ਹੈ, ਅਬੋਰਟਡ ਸਟੇਟ ਦੇ ਵਿੱਚ ਹੈ। ਇੱਕ ਅਸੀਂ ਕਿ ਕਿਹੜੇ ਓਪਰੇਸ਼ਨ ਪਰਫੋਰਮ ਕਰ ਸਕਦੇ ਹਾਂ ਟ੍ਰਾਂਜੈਕਸ਼ਨਸ ਦੇ ਉੱਤੇ, ਉਹ ਸੀਗੇ ਰੀਡ ਓਪਰੇਸ਼ਨ ਅਤੇ ਰਾਈਟ ਓਪਰੇਸ਼ਨ। ਥੈਂਕਸ।